ਫਿਰੋਜ਼ਪੁਰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਹੈ ਫੇਰੂ ਸ਼ਹਿਰ ਤੇ ਇਸ ਦੇ ਨਾਲ ਹੀ ਲੱਗਦਾ ਹੈ ਪਿੰਡ ਮੁਦਕੀ। ਸਿੱਖ ਇਤਿਹਾਸ ਦਾ ਉਹ ਜਾਂਬਾਜ਼ ਪਿੰਡ ਜਿੱਥੋਂ ਦੇ ਵਸਨੀਕਾਂ ਨੇ ਸਿੱਖ ਫੌਜਾਂ ਨਾਲ ਰਲ ਕੇ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ। ਸਨ 1845 ਦੇ ਦਸੰਬਰ ਮਹੀਨੇ ਵਿੱਚ ਅੰਗਰੇਜ਼ ਫੌਜਾਂ ਤੇ ਸਿੱਖ ਫੌਜਾਂ ਦੇ ਦਰਮਿਆਨ ਗਹਿ-ਗੱਚ ਯੁੱਧ ਹੋਇਆ। ਇੱਕ ਪਾਸੇ ਅੰਗਰੇਜ਼ੀ ਸਾਮਰਾਜ ਤੇ ਦੂਜੇ ਪਾਸੇ ਪੂਰਾ ਪੰਜਾਬ। ਜਿਸ ਅੰਗਰੇਜ਼ੀ ਹਕੂਮਤ ਬਾਰੇ ਕਿਹਾ ਜਾਂਦਾ ਸੀ ਕਿ ਉਸ ਦੇ ਰਾਜ ਵਿੱਚ ਕਦੇ ਸੂਰਜ ਅਸਤ ਨਹੀਂ ਹੁੰਦਾ, ਉਸ ਰਾਜ ਨੂੰ ਵੰਗਾਰਨ ਵਾਲੀ ਸਿੱਖ ਫੌਜ ਨੂੰ ਠੱਲਣ ਵਾਸਤੇ ਉਸ ਵੇਲੇ ਦੇ ਹਿੰਦੁਸਤਾਨ ਦੇ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਆਪਣੇ ਹੀ ਫੌਜੀ ਜਰਨੈਲ ਦੇ ਅਧੀਨ ਹੋ ਕੇ ਸਿੱਖ ਫੌਜਾਂ ਦੇ ਖਿਲਾਫ ਲੜਿਆ ਸੀ। ਜੰਗ ਵਿੱਚ ਉਸ ਦੀ ਸ਼ਮੂਲੀਅਤ ਸਾਬਿਤ ਕਰਦੀ ਹੈ ਕਿ ਅੰਗਰੇਜ਼ੀ ਸਾਮਰਾਜ ਇਸ ਲੜਾਈ ਨੂੰ ਕਿੰਨੀ ਅਹਿਮੀਅਤ ਦਿੰਦਾ ਸੀ ਤੇ ਇਸ ਲੜਾਈ ਦੀ ਹਾਰ ਅੰਗਰੇਜ਼ਾਂ ਦਾ ਕਿਹੋ ਜਿਹਾ ਭਵਿੱਖ ਲਿਖਣ ਵਾਲੀ ਸੀ। ਮੁਦਕੀ ਸ਼ਹਿਰ ਦੀ ਇਸੇ ਲੜਾਈ ਨੂੰ ਮੱਧਕਾਲ ਦੇ ਉੱਘੇ ਲੇਖਕ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ ਪੰਜਾਬ ਤੇ ਹਿੰਦ ਦੀ ਲੜਾਈ ਆਖਿਆ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਪਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਬੁੱਲ ਪਾਵੇ, ਹੋ ਜੜੀਆਂ ਖਾਲਸੇ ਨੇ ਤੇ ਗਾਂ ਮਾਰੀਆਂ ਨੇ। ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀ। ਇਸ ਲੜਾਈ ਦੇ ਪਿਛੋਕੜ ਵੱਲ ਜਾਈਏ ਤਾਂ ਜਦੋਂ ਜੂਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, ਲਾਹੌਰ ਸਰਕਾਰ ਦੀ ਸਥਿਤੀ ਡਾਵਾਂਡੋਲ ਹੋ ਗਈ। ਅੰਗਰੇਜ਼ਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਪੰਜਾਬ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਜੁਗਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਐਲਨਬਰਾ ਨੂੰ ਤਬਦੀਲ ਕਰਕੇ ਉਹਦੀ ਥਾਂ ਤੇ ਲਾਰਡ ਹਾਰਡਿੰਗ ਦੀ ਨਿਯੁਕਤੀ ਕੀਤੀ ਗਈ। ਲਾਰਡ ਹਾਰਡਿੰਗ ਜੰਗੀ ਮੁਹਿੰਮਾਂ ਲਈ ਮਾਹਿਰ ਮੰਨਿਆ ਜਾਂਦਾ ਸੀ। ਲਾਹੌਰ ਹਕੂਮਤ ਦੀ ਘੇਰਾਬੰਦੀ ਕਰਨ ਲਈ ਲੁਧਿਆਣਾ, ਅੰਬਾਲਾ ਤੇ ਫਿਰੋਜ਼ਪੁਰ ਵਿੱਚ ਅੰਗਰੇਜ਼ੀ ਫੌਜ ਦੀਆਂ ਵੱਡੀਆਂ ਬਟਾਲੀਅਨਸ ਉਤਾਰੀਆਂ ਗਈਆਂ। ਬੰਬਈ ਤੋਂ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੋਪਾਂ ਮੰਗਵਾਈਆਂ ਗਈਆਂ। ਮੁਦਕੀ ਜਿਹੜਾ ਸੀ ਉਹ ਅੰਗਰੇਜ਼ਾਂ ਦਾ ਬਹੁਤ ਵੱਡਾ ਕੈਂਪ ਸੀ। ਉੱਥੇ ਗੋਲਾ ਬਰੂਦ ਤੇ ਹੋਰ ਸਾਜੋ ਸਮਾਨ ਉਹਨਾਂ ਨੇ ਰੱਖਿਆ ਹੋਇਆ ਸੀ ਤੇ ਇਹਦੇ ਨਾਲ ਹੀ ਉੱਥੇ ਖਾਸ ਤੌਰ ਤੇ ਜਦੋਂ ਇਹ ਜੰਗ ਲੜੀ ਜਾਣੀ ਸੀ ਉਸ ਤੋਂ ਪਹਿਲਾਂ ਉਹਦੀਆਂ ਤਿਆਰੀਆਂ ਦੇ ਵਿੱਚ ਜਿਹੜਾ ਇਤਿਹਾਸ ਦੇ ਵਿੱਚ ਸਾਨੂੰ ਕਿਤੇ ਜ਼ਿਕਰ ਨਹੀਂ ਮਿਲਦਾ, ਉਹ ਇਹ ਹੈ ਕਿ ਮੁਦਕੀ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਡਾਕਟਰੀ ਟੀਮਾਂ ਬੁਲਾਈਆਂ ਗਈਆਂ, ਉੱਥੇ ਹਸਪਤਾਲ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਕਿ ਫੱਟੜਾਂ ਨੂੰ ਬਾਅਦ 'ਚ ਉਹਨਾਂ ਦੀ ਦੇਖ ਰਾਖ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮੁਦਕੀ ਤੋਂ 12 ਕਿਲੋਮੀਟਰ ਦੂਰ ਪਿੰਡ ਮਿਸ਼ਰੀਵਾਲਾ ਹੈ। ਮਿਸ਼ਰੀਵਾਲਾ ਦੇ ਵਿੱਚ ਵੀ ਇੱਕ ਆਰਜੀ ਹਸਪਤਾਲ ਬਣਾਇਆ ਗਿਆ, ਜਿਹਦੇ ਵਿੱਚ ਜਿਹੜਾ ਉਹ ਅੰਗਰੇਜ਼ ਫੌਜ ਨੇ ਮਤਲਬ ਆਪਣੇ ਜ਼ਖਮੀਆਂ ਦੇ ਇਲਾਜ ਕਰਨ ਲਈ ਡਾਕਟਰੀ ਟੀਮਾਂ ਉੱਥੇ ਵੀ ਬੁਲਾਈਆਂ। ਸੋ ਇਹ ਬਹੁਤ ਜਿਹੜਾ ਕੋਈ 12-13 ਕਿਲੋਮੀਟਰ ਦਾ ਜਿਹੜਾ ਏਰੀਆ ਸੀ ਉਹਦੇ ਵਿੱਚ ਇਹ ਜਿਹੜਾ ਸਾਰਾ ਜਿਹੜਾ ਸੀ ਜੰਗ ਦਾ ਜਿਹੜਾ ਸੀ ਉਹ ਸਾਜੋ ਸਮਾਨ ਤੇ ਤਿਆਰੀਆਂ ਜਿਹੜੀਆਂ ਫੈਲੀਆਂ ਹੋਈਆਂ ਸੀ। ਬਹੁਤ ਵੱਡੀ ਪੱਧਰ ਤੇ ਜਿਹੜੀ ਅੰਗਰੇਜ਼ ਹਕੂਮਤ ਵੱਲੋਂ ਤਿਆਰੀ ਕੀਤੀ ਗਈ ਸੀ। ਅੰਗਰੇਜ਼ ਹਕੂਮਤ ਨੇ ਆਪਣੇ ਵਿਸ਼ੇਸ਼ ਜਾਸੂਸ ਭੇਜ ਕੇ ਪੰਜਾਬ ਦੀ ਫੌਜ ਦੇ ਸੈਨਾਪਤੀ ਤੇਜਾ ਸਿੰਘ ਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਲਾਲ ਸਿੰਘ ਨੂੰ ਆਪਣੇ ਨਾਲ ਗੰਢਿਆ। ਬਣੀ ਯੋਜਨਾ ਤਹਿਤ ਲਾਲ ਸਿੰਘ ਤੇ ਤੇਜਾ ਸਿੰਘ ਨੇ ਸਿੱਖ ਫੌਜ ਨੂੰ ਅੰਗਰੇਜ਼ਾਂ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ ਸਾਡੇ ਤੇ ਹਮਲਾ ਕਰਨ ਲਈ ਸਤਲੁਜ ਪਾਰ ਵੱਡੀ ਪੱਧਰ ਤੇ ਜੰਗੀ ਤਿਆਰੀਆਂ ਕਰ ਰਹੇ ਨੇ। ਇੱਕ ਗੱਲ ਜਿਹੜੀ
ਅੰਗਰੇਜ਼ ਇਤਿਹਾਸਕਾਰ ਆਪ ਹੀ ਕਹਿੰਦਾ ਜਿਹੜਾ ਲੜਾਈ ਦੇ ਵਕਤ ਮੌਜੂਦ ਸੀ ਕਿ ਲਾਲ ਸਿੰਘ ਨਾਲ ਪਹਿਲਾਂ ਹੀ ਇਹ ਗੱਲ ਹੋਈ ਸੀ ਵੀ ਉਸਨੇ ਲੜਾਈ ਨਹੀਂ ਕਰਨੀ। ਇਹ ਵਜ੍ਹਾ ਸੀਗੀ ਵੀ ਉਹ ਪਹਿਲਾ ਹਮਲਾ ਤਾਂ ਉਹਨੇ ਕੀਤਾ ਪਰ ਉਸ ਤੋਂ ਬਾਅਦ ਛੱਡ ਕੇ ਚਲਾ ਗਿਆ ਮੈਦਾਨ। ਔਰ ਤੇਜ ਸਿੰਘ ਵੀ ਜਿਹੜਾ ਸੀ ਉਹ ਲੜਾਈ ਦੇ ਵਿੱਚ ਸ਼ਾਮਲ ਨਾ ਹੋਇਆ। ਜਿਹੜਾ ਦੂਸਰਾ ਜਰਨੈਲ ਸੀ ਉਹਨੇ ਬਹਾਨਾ ਇਹ ਲਾਇਆ ਵੀ ਮੈਂ ਫਿਰੋਜ਼ਪੁਰ 'ਤੇ ਹਮਲਾ ਕੇ ਇੱਥੇ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ ਤਾਂ ਕਿ ਇਹ ਲੜਾਈ ਦੇ ਵਿੱਚ ਸ਼ਾਮਲ ਨਾ ਹੋ ਸਕਣ। ਤੋ ਇਹ ਸਾਡੇ ਜਿਹੜੇ ਆਪਣੇ ਇਤਿਹਾਸਕਾਰ ਨੇ ਉਹ ਵੀ ਇਸ ਗੱਲ ਨੂੰ ਹੁਣ ਉਹ ਹੋਰ ਵੀ ਵੱਧ ਕੇ ਗੱਲ ਕਹਿੰਦੇ ਨੇ। ਪਰ ਜਿਹੜੀ ਅੰਗਰੇਜ਼ ਇਤਿਹਾਸਕਾਰ J.D. ਕਨਿੰਗਮ ਜਿਸ ਦਾ ਨਾਂ ਹੈ ਉਸਨੇ ਬਹੁਤ ਸਪਸ਼ਟ ਤੌਰ 'ਤੇ, ਹਾਲਾਂਕਿ ਉਸਨੇ ਇੱਕ ਅੱਧਾ ਸਫ਼ਾ ਹੀ ਲਿਖਿਆ ਇਸ ਲੜਾਈ 'ਤੇ, ਪਰ ਉਹ ਸਪਸ਼ਟ ਤੌਰ 'ਤੇ ਕਹਿੰਦਾ ਵੀ ਲਾਲ ਸਿੰਘ ਅੰਗਰੇਜ਼ਾਂ ਨਾਲ ਪਹਿਲਾਂ ਤੋਂ ਰਲਿਆ ਹੋਇਆ ਸੀ। 10-11 ਦਸੰਬਰ 1845 ਨੂੰ ਕਰੀਬ 60,000 ਪੰਜਾਬ ਦੇ ਜਵਾਨਾਂ ਨੇ ਤੇਜਾ ਸਿੰਘ ਦੀ ਅਗਵਾਈ ਹੇਠ ਮਖੂ ਕਸਬੇ ਨੇੜਿਓਂ ਸਭਰਾਵਾਂ ਦੇ ਸਥਾਨ ਤੋਂ ਸਤਲੁਜ ਦਰਿਆ ਪਾਰ ਕੀਤਾ। ਇਸ ਤੋਂ 2 ਦਿਨ ਬਾਅਦ 13 ਦਸੰਬਰ ਨੂੰ ਹਿੰਦੁਸਤਾਨ ਦੇ ਗਵਰਨਰ ਲਾਰਡ ਹਾਰਡਿੰਗ ਨੇ ਜੰਗ ਦਾ ਐਲਾਨ ਕਰ ਦਿੱਤਾ। ਲਾਲ ਸਿੰਘ ਤੇ ਤੇਜਾ ਸਿੰਘ ਜੋ ਅੰਗਰੇਜ਼ਾਂ ਦੀ ਬਣਾਈ ਯੋਜਨਾ ਤਹਿਤ ਪੰਜਾਬ ਦੀ ਸ਼ਕਤੀਸ਼ਾਲੀ ਫੌਜ ਨੂੰ ਕਮਜ਼ੋਰ ਕਰਨ ਲਈ ਉਕਸਾ ਕੇ ਇੱਧਰ ਲਿਆਏ ਸਨ, ਨੇ ਸਿੱਖ ਫੌਜ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਲਾਲ ਸਿੰਘ ਤੇ ਤੇਜਾ ਸਿੰਘ ਨਹੀਂ ਚਾਹੁੰਦੇ ਸਨ ਕਿ ਸਿੱਖ ਫੌਜ ਸੰਗਠਿਤ ਰਹਿ ਕੇ ਗੋਰਿਆਂ ਦੇ ਨਾਲ ਲੜੇ। ਇਸੇ ਮਕਸਦ ਨਾਲ 18 ਦਸੰਬਰ ਨੂੰ ਸਵੇਰ ਸਾਰ ਹੀ ਲਾਲ ਸਿੰਘ ਫੌਜ ਦੀ ਇੱਕ ਟੁਕੜੀ ਲੈ ਕੇ ਮੁਦਕੀ ਪਿੰਡ ਵੱਲ ਵਧਿਆ। ਸ਼ਾਮ 4 ਵਜੇ ਦੇ ਕਰੀਬ ਪਿੰਡ ਦੇ ਲਹਿੰਦੇ ਪਾਸੇ ਪਾਣੀ ਦੀ ਇੱਕ ਖੱਡ ਦੇ ਨੇੜੇ ਲਹੂ ਵੀਟਵੀਂ ਲੜਾਈ ਹੋਈ। ਮੁਦਕੀ ਵਿੱਚ ਉਹ ਪਾਣੀ ਦੀ ਖੱਡ ਅੱਜ ਵੀ ਮੌਜੂਦ ਹੈ। ਇਸ ਇਤਿਹਾਸਿਕ ਖੱਡ ਨੇ ਹੁਣ ਗੰਦੇ ਛੱਪੜ ਦਾ ਰੂਪ ਲਿਆ ਹੋਇਆ ਹੈ। ਇਹੋ ਖੱਡ ਹੈ ਜਿਸ ਬਾਰੇ ਕਵੀ ਸ਼ਾਹ ਮੁਹੰਮਦ ਆਪਣੇ ਕਿੱਸੇ ਵਿੱਚ ਲਿਖਦਾ ਹੈ। ਇੱਕ ਪਿੰਡ ਦਾ ਨਾਮ ਜੋ ਮੁਦਕੀ ਸੀ, ਉੱਥੇ ਭਰੀ ਸੀ ਪਾਣੀ ਦੀ ਖੱਡ ਮੀਆਂ। ਘੋੜ ਚੜੇ ਅਕਾਲੀਏ ਕਰ ਧਾਵਾ, ਝੰਡੇ ਆਣ ਕੇ ਦਿੱਤੇ ਸੀ ਗੱਡ ਮੀਆਂ। ਮੁਦਕੀ ਜੰਗ ਤੋਂ ਬਾਅਦ 3 ਦਿਨ ਤੱਕ ਤੇਜਾ ਸਿੰਘ ਤੇ ਲਾਲ ਸਿੰਘ ਨੇ ਅੰਗਰੇਜ਼ਾਂ ਨੂੰ ਤਿਆਰੀ ਕਰਨ ਦਾ ਮੌਕਾ ਦਿੱਤਾ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਤੇਜਾ ਸਿੰਘ ਨੇ ਸਤਲੁਜ ਪਾਰ ਕਰਦਿਆਂ ਸਾਰ ਫਿਰੋਜ਼ਪੁਰ ਜਾ ਕੇ ਮਿਸਟਰ ਲਿਟਲਰ ਨੂੰ ਪੁੱਛਿਆ ਕਿ ਮੇਰੇ ਲਈ ਕੀ ਹੁਕਮ ਹੈ, ਤੇ ਅੰਗਰੇਜ਼ ਅਫਸਰ ਨੇ ਉਹਨਾਂ ਨੂੰ ਆਖਿਆ ਕਿ ਉਹ ਆਪਣੀ ਫੌਜ ਨੂੰ ਕੁਝ ਦਿਨਾਂ ਲਈ ਰੋਕ ਕੇ ਰੱਖਣ। ਮੁਦਕੀ ਦੀ ਜੰਗ ਤੋਂ ਬਾਅਦ ਤੀਜੇ ਦਿਨ 21 ਦਸੰਬਰ ਨੂੰ ਸਵੇਰ ਹੁੰਦਿਆਂ ਹੀ ਜਨਰਲ ਹਿਊਗਫ ਆਪਣੇ ਨਾਲ 10,000 ਸਿਪਾਹੀ ਲੈ ਕੇ ਮਿਸ਼ਰੀ ਵਾਲੇ ਪਿੰਡ ਪਹੁੰਚ ਗਿਆ। ਅੰਗਰੇਜ਼ਾਂ ਨੇ ਮੁਦਕੀ ਨੇੜਲੇ ਪਿੰਡ ਲੋਹਾਮ, ਵਾੜਾ ਭਾਈਕਾ, ਸਰਾਂ ਵਾਲੀ, ਮਿਸ਼ਰੀ ਵਾਲੀ ਆਦਿ ਪਿੰਡ ਦੇ ਲੋਕਾਂ ਤੋਂ ਜ਼ਬਰਦਸਤੀ ਗੱਡੇ, ਬਲਦ ਤੇ ਊਂਠ ਲਏ ਤੇ ਇਹਨਾਂ ਨੂੰ ਜੰਗੀ ਸਾਜ਼ੋ ਸਾਮਾਨ, ਤੋਪਾਂ, ਬਾਰੂਦ ਆਦਿ ਢੋਣ ਲਈ ਵਰਤਿਆ। ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਜਿਨ੍ਹਾਂ ਨੇ ਲਾਹੌਰ ਫੌਜ ਦੀ ਮਦਦ ਕੀਤੀ, ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਜਾਣਗੀਆਂ। ਮਿਸ਼ਰੀ ਵਾਲੇ ਪਿੰਡ ਪਹੁੰਚ ਕੇ ਫਿਰੋਜ਼ਪੁਰ ਤੋਂ ਆਉਣ ਵਾਲੀ ਲਿਟਲਰ ਦੀ ਕਮਾਨ ਹੇਠਲੀ ਬਟਾਲੀਅਨ ਦੀ ਉਡੀਕ ਕੀਤੀ ਗਈ। ਦੁਪਹਿਰ ਦੇ ਕਰੀਬ 1 ਵਜੇ ਇਹ ਅੰਗਰੇਜ਼ ਸਿਪਾਹੀਆਂ ਦੀ 18,000 ਦੀ ਫੌਜ ਪੰਜਾਬ ਦੀ ਫੌਜ ਨਾਲ ਲੜਨ ਲਈ ਤਿਆਰ ਸੀ। ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਸਿੰਘ ਦਲੇਰ ਮੀਆਂ। ਚੜੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਹਾਂ ਜੀ ਛੈਲ ਬਾਂਕੇ, ਹਾਂ ਛੈਲ ਬਾਂਕੇ। ਜੈਸੇ ਬੇਲਿਓਂ ਨਿਕਲਦੇ ਛੇਰ ਮੀਆਂ। ਚੜੇ ਸਭ ਮੁਝੈਲ ਦੁਆਬੀਏ ਜੀ, ਜਿੰਨਾ ਕਿਲੇ ਨਿਵਾਏ ਨੀ ਢੇਰ ਮੀਆਂ। ਸ਼ਾਹ ਮੁਹੰਮਦਾ ਚੜੇ ਜਮਹੂਰ ਖਾਨੇ, ਜਮਹੂਰ ਖਾਨੇ, ਜਮਹੂਰ ਖਾਨੇ। ਹੋਏ
ਹੋਇਆ ਹੁਕਮ ਨਾ ਲਾਮ ਦੇ ਦੇਰ ਮੀਆਂ ਮਜ਼ਹਰ ਅਲੀ ਤੇ ਮਾਗੀ ਖਾਂ ਕੂਚ ਕੀਤਾ ਤੋਪਾਂ ਸ਼ਹਿਰ ਥੀ ਬਾਹਰ ਨਿਕਾਲੀਆਂ ਨੀ ਜਾਰਜ ਬਰੂਸ ਲਿਖਦਾ ਹੈ ਕਿ ਲੜਾਈ ਅੰਗਰੇਜ਼ਾਂ ਦੇ ਵਿਰੁੱਧ ਜਾ ਰਹੀ ਸੀ। ਅੰਗਰੇਜ਼ ਪਿਆਦਾ ਫੌਜ ਦੇ ਪਿੱਛੇ ਹਟਣ ਤੇ ਸਿੱਖ ਜੈਕਾਰੇ ਛੱਡਦੇ। ਉਹਨਾਂ ਦੀਆਂ ਤੋਪਾਂ ਸਾਡੀਆਂ ਤੋਪਾਂ ਨਾਲੋਂ ਗੋਲੇ ਵੀ ਬਹੁਤੇ ਛੱਡ ਰਹੀਆਂ ਸਨ। ਇਹ ਗੋਲੇ ਤੇ ਜੈਕਾਰੇ ਜੰਗ ਦੇ ਰੌਲੇ ਰੱਪੇ ਤੋਂ ਹੋਰ ਉੱਚੇ ਹੋ ਕੇ ਸੁਣੀਦੇ। ਇਸ ਵੇਲੇ ਸੱਜੇ ਪਾਸਿਓਂ ਜਨਰਲ ਗਿਲਬਰਟ ਦੀਆਂ ਡਿਵੀਜ਼ਨਸ ਜਿਨ੍ਹਾਂ ਦਾ ਆਗੂ ਗੱਫ ਸੀ ਤੇ ਖੱਬੇ ਵੈਲਿਸ ਦੀਆਂ ਡਿਵੀਜ਼ਨਸ ਜਿਨ੍ਹਾਂ ਦਾ ਆਗੂ ਹਿੰਦੁਸਤਾਨ ਦਾ ਗਵਰਨਰ ਹਾਰਡਿੰਗ ਸੀ ਨੇ ਨਾਲੋਂ ਨਾਲ ਸਿੱਖਾਂ ਤੇ ਹੱਲਾ ਬੋਲ ਦਿੱਤਾ। ਉਹ ਲਿਖਦਾ ਹੈ, ਅਸੀਂ ਤੋਪਾਂ ਦੇ ਗੋਲਿਆਂ ਦੀ ਮਾਰ ਸਹਿੰਦੇ ਅੱਗੇ ਵਧੇ। ਸਾਡੀ ਫੌਜ ਦੀ ਤਬਾਹੀ ਲਈ ਬਰੂਦੀ ਸੁਰੰਗਾਂ ਵਿਛਾਈਆਂ ਗਈਆਂ ਸਨ ਜੋ ਸਾਡੇ ਪੈਰਾਂ ਹੇਠ ਆ ਕੇ ਫਟਦੀਆਂ। ਕੱਟ ਵੱਢ ਦਾ ਕਹਿਰ ਸੀ, ਫਿਰ ਵੀ ਸਾਡੇ ਸਾਥੀਆਂ ਨੇ ਹੱਲਾ ਜਾਰੀ ਰੱਖਿਆ। ਕਲੀਆਂ ਸੰਗੀਨਾਂ ਨਾਲ ਉਹ ਸਿੱਖਾਂ ਦੇ ਮੋਰਚਿਆਂ ਤੇ ਟੁੱਟ ਪਏ ਤੇ ਉਹਨਾਂ ਦੀਆਂ ਅਗਲੀਆਂ ਤੋਪਾਂ ਤੇ ਕਬਜ਼ਾ ਕਰ ਲਿਆ। ਸਿੱਖ ਇੱਕ ਪੈਰ ਵੀ ਪਿਛਾਂਹ ਨਾ ਹਟੇ, ਸਗੋਂ ਆਪਣੀਆਂ ਤੋਪਾਂ ਕੋਲ ਹੀ ਲੜਦੇ ਹੋਏ ਸਾਡੇ ਸਾਥੀਆਂ ਨੂੰ ਮਾਰਦੇ ਮਰ ਗਏ। ਅਚਾਨਕ ਬਰੂਦੀ ਸੁਰੰਗਾਂ ਦੇ ਫਟਣ ਨਾਲ ਉਹਨਾਂ ਦੇ ਕੈਂਪਾਂ ਨੂੰ ਅੱਗ ਲੱਗ ਗਈ। ਸਾਡਾ ਅੱਗੇ ਵਧਣਾ ਰੁਕ ਗਿਆ। ਅਸੀਂ ਕੁਝ ਪਿੱਛੇ ਹਟ ਗਏ। ਤਰਕਾਲਾਂ ਦੇ ਹਨੇਰੇ ਵਿੱਚ ਜਦੋਂ ਘਮਸਾਨ ਦਾ ਜੰਗ ਮਚ ਰਿਹਾ ਸੀ ਤਾਂ ਇੱਕ ਗੋਲਾ ਸਿੱਖ ਫੌਜ ਦੇ ਅਸਲ ਖਾਨੇ ਵਿੱਚ ਜਾ ਲੱਗਾ। ਬਰੂਦ ਫਟਣ ਲੱਗ ਪਿਆ। ਇੱਕ ਢੇਰ ਪਿੱਛੋਂ ਦੂਜਾ। ਇਸ ਹਫੜਾ ਦਫੜੀ ਦਾ ਫਾਇਦਾ ਉਠਾ ਕੇ ਸਿੱਖਾਂ ਨੇ ਜਿਹੜੇ ਗੋਰੇ ਉਹਨਾਂ ਦੇ ਮੋਰਚਿਆਂ ਵਿੱਚ ਆਣ ਵੜੇ ਸਨ, ਸਭ ਨੂੰ ਖਤਮ ਕਰ ਦਿੱਤਾ। ਇਸ ਤਰ੍ਹਾਂ ਸਿੱਖਾਂ ਨੇ ਆਪਣੇ ਕੈਂਪ ਵਿੱਚ ਅੱਗ ਲੱਗਣ ਦੇ ਬਾਵਜੂਦ ਇੱਕ ਵਾਰ ਫੇਰ ਅੰਗਰੇਜ਼ੀ ਫੌਜ ਦੇ ਹੱਲੇ ਨੂੰ ਨਕਾਰਾ ਕਰ ਦਿੱਤਾ। ਪਲਾਂ ਛਿਣਾਂ ਵਿੱਚ ਵੱਡੀ ਗਿਣਤੀ ਵਿੱਚ ਚੱਲਦੇ ਫਿਰਦੇ ਮਨੁੱਖੀ ਸਰੀਰ ਲਾਸ਼ਾਂ ਦੇ ਢੇਰ ਬਣ ਗਏ। ਲੜਾਈ 4 ਵਜੇ ਸ਼ੁਰੂ ਹੋਈ ਤੇ ਹਨੇਰਾ ਹੋਣ ਤੱਕ ਚੱਲਦੀ ਰਹੀ। ਇੱਕ ਗੱਲ ਜਿਹੜੀ ਆਮ ਤੌਰ ਤੇ ਸਾਨੂੰ ਨਹੀਂ ਪਤਾ, ਉਹ ਇਹ ਵੀ ਹੈ ਕਿ ਮਾਸਟਰ ਤਾਰਾ ਸਿੰਘ ਨੇ ਇੱਕ ਨਾਵਲ ਲਿਖਿਆ ਜਿਹਦੇ 'ਚ ਇਸ ਲੜਾਈ ਦਾ ਵੀ ਜ਼ਿਕਰ ਹੈ ਔਰ ਉਹਦੇ ਵਿੱਚ ਸ਼ਾਮ ਸਿੰਘ ਅਟਾਰੀ ਵਾਲਾ ਜਿਹੜੇ ਬਾਅਦ ਦੇ ਵਿੱਚ ਸ਼ਹੀਦ ਹੋਇਆ ਉਹ ਉਸ ਨਾਵਲ ਦਾ ਹੀਰੋ ਹੈ। तो मास्टर तारा सिंह भी इन्होंने काफ़ी पढ़ के ਜਿਹੜੇ अंग्रेज़ों ने किताबां लिखियां वो भी ਜਿਹੜੀਆਂ इंडियन अपने हिंदुस्तानी इतिहासकारां ने लिखियां वो भी पढ़ के उसने नावल लिखिया सी। तो ਉਹਦੇ 'ਚ जिन्नी भी तारीफ हो सकती है अंग्रेज़ों वालों पंजाब के योद्धियां की ਉਹਦਾ जिक्र करता है। ਇਸ ਲੜਾਈ ਵਿੱਚ ਸ਼ਾਮਿਲ ਇੱਕ ਹੋਰ ਅੰਗਰੇਜ਼ ਅਫਸਰ ਸਰ ਹੌਪ ਗ੍ਰਾਂਟ ਨੇ ਲਿਖਿਆ ਹੈ, ਹਿੰਦੁਸਤਾਨ ਵਿੱਚ ਲੜੀਆਂ ਸਾਡੀਆਂ ਜੰਗਾਂ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਅੰਗਰੇਜ਼ੀ ਫੌਜ ਇੰਨੇ ਵੱਡੇ ਪੈਮਾਨੇ ਤੇ ਇਹੋ ਜਿਹੀ ਹਾਰ ਦੇ ਨੇੜੇ ਕਦੇ ਨਹੀਂ ਸੀ ਅਪੜੀ। ਸਿੱਖਾਂ ਨੇ ਦੁਬਾਰਾ ਆਪਣੇ ਸਾਰੇ ਮੋਰਚੇ ਖੋਹ ਲਏ ਸਨ। ਹੰਭੀਆਂ ਹੋਈਆਂ ਤੇ ਆਹੂ ਲੱਥੀਆਂ ਸਾਡੀਆਂ ਡਿਵੀਜ਼ਨਾਂ ਇੱਕ ਵੱਡੇ ਰਕਬੇ ਵਿੱਚ ਬਿਨਾਂ ਆਪਸੀ ਤਾਲਮੇਲ ਦੇ ਪਈਆਂ ਸਨ। ਜਿੰਨਾ ਨੁਕਸਾਨ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਹੋਇਆ ਉਹ ਪਹਿਲਾਂ ਕਿਸੇ ਵੀ ਲੜਾਈ ਵਿੱਚ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਨਹੀਂ ਸੀ ਹੋਇਆ। ਔਰ ਉਸ ਤੋਂ ਬਾਅਦ ਕਮਾਂਡਰ ਇਨ ਚੀਫ ਜਿਹੜਾ ਸੀ ਉਹ ਇਸ ਟਾਈਮ 'ਤੇ ਤਾਂ ਟੁੰਡੀ ਲਾਟ ਆਪ ਹੀ ਸੀ, ਪਰ ਫਿਰ ਉਹਨੇ ਕਿਹਾ ਵੀ ਮੈਂ ਅੱਗੇ ਤੋਂ ਕਮਾਂਡਰ ਇਨ ਚੀਫ ਨਹੀਂ ਰਹਾਂਗਾ, ਜਿਹੜਾ ਫੌਜ ਦਾ ਕਮਾਂਡਰ ਹੈ ਉਹਦੇ ਨੀਚੇ ਹੀ ਮੈਂ ਲੜਾਂਗਾ। ਤੋ ਇਸ ਤੋਂ ਪਤਾ ਲੱਗਦਾ ਕਿ ਉਹ ਕਿੰਨੀ ਕੇਸ ਨੂੰ ਸਮਝਦੇ ਸੀ ਵੀ ਸਾਡੀ ਜਿਹੜੀ ਜਿੱਤ ਤੋਕੋ ਸੀ ਕਿ ਉਹਨਾਂ ਨੂੰ ਆਸ ਸੀ ਕਿ ਵੀ ਸਾਡੀ ਜਿੱਤ ਹੋਏਗੀ, ਕਿਉਂਕਿ ਹਰ ਲੜਾਈ ਜਿੱਤਦੇ ਰਹੇ ਸੀ। ਇਸ ਲੜਾਈ ਦੇ ਵਿੱਚ ਉਹਨਾਂ ਦੀ ਜਿੱਤ ਨਾ ਹੋਈ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਬਈ ਪੰਜਾਬੀ ਫੌਜਾਂ ਦੀ ਜਾਂ ਸਿੱਖ ਫੌਜਾਂ ਦੀ, ਲਾਹੌਰ ਦਰਬਾਰ ਦੀਆਂ ਫੌਜਾਂ ਦੀ ਜਿੱਤ ਹੋ ਗਈ, ਪਰ ਇਹ ਲੜਾਈ ਜਿਹਨੂੰ ਕਹਿੰਦੇ ਆ ਅਨਡਿਸਾਈਸਿਵ ਰਹੀ। ਫੈਸਲਾ ਕੋਈ ਨਹੀਂ ਹੋਇਆ ਵੀ ਅੰਗਰੇਜ਼ ਜਿੱਤੇ ਕਿ ਪੰਜਾਬੀ ਜਿੱਤੇ, ਲੇਕਿਨ ਲੜਾਈ ਬੜੀ ਘਮਸਾਨ ਦੀ ਹੋਈ ਔਰ ਇਸ ਦੇ ਵਿੱਚ ਪੰਜਾਬੀਆਂ ਦਾ ਵੀ ਬੜਾ ਨੁਕਸਾਨ ਹੋਇਆ। ਲੇਕਿਨ ਉਹਨਾਂ ਨੂੰ ਤਸੱਲੀ ਇਹ ਰਹੀ ਵੀ ਅਸੀਂ ਅੰਗਰੇਜ਼ਾਂ ਨੂੰ ਦੱਸ ਦਿੱਤਾ, ਜਿਹੜੇ ਸਮਝਦੇ ਸੀ ਕਿ ਵੀ ਸਾਡੇ ਨਾਲ ਲੜਨ ਵਾਲਾ ਹਿੰਦੁਸਤਾਨ 'ਚ ਕੋਈ ਨਹੀਂ,
ਕਿ ਵੀ ਇੱਥੇ ਵੀ ਕੋਈ ਇਹੋ ਜਿਹੇ ਲੜਾਕੇ, ਇਹੋ ਜਿਹੇ ਯੋਧੇ, ਇਹੋ ਜਿਹੇ ਵਾਰੀਅਰਸ ਹੈਗੇ ਨੇ ਜਿਹੜੇ ਉਹਨਾਂ ਦਾ ਮੁਕਾਬਲਾ ਕਰ ਸਕਦੇ ਆ। ਲਾਰਡ ਹਾਰਡਿੰਗ ਨੇ ਉਹ ਤਲਵਾਰ ਜੋ ਯੂਰਪ ਵਿੱਚ ਨੈਪੋਲੀਅਨ ਦੇ ਖਿਲਾਫ ਜੰਗ ਲੜਦਿਆਂ ਉਸ ਨੂੰ ਇਨਾਮ ਵਜੋਂ ਹਾਸਲ ਹੋਈ ਸੀ, ਆਪਣੇ ਪੁੱਤਰ ਚਾਰਲਸ ਹਾਰਡਿੰਗ ਨੂੰ ਦੇ ਕੇ ਵਾਪਸ ਮੁਦਕੀ ਭੇਜ ਦਿੱਤਾ। ਨਾਲ ਇਹ ਹਿਦਾਇਤ ਕੀਤੀ, ਸਾਡਾ ਇੱਥੋਂ ਜਿੱਤ ਕੇ ਨਿਕਲਣਾ ਹੁਣ ਲਗਭਗ ਅਸੰਭਵ ਹੈ। ਜੇਕਰ ਹਾਰ ਹੋ ਗਈ ਤਾਂ ਉਸ ਦੇ ਸਾਰੇ ਨਿੱਜੀ ਕਾਗਜ਼ ਸਾੜ ਦਿੱਤੇ ਜਾਣ। ਅੰਗਰੇਜ਼ਾਂ ਦਾ ਗੋਲਾ ਬਾਰੂਦ ਖਤਮ ਹੋ ਗਿਆ ਸੀ। ਅੰਗਰੇਜ਼ ਜਰਨੈਲਾਂ ਨੇ ਆਪ ਮੰਨਿਆ ਕਿ ਸਿੱਖ ਹੈਰਾਨੀਜਨਕ ਵੀਰਤਾ ਨਾਲ ਲੜੇ। ਮੁਦਕੀ ਦੀ ਜੰਗ ਜੋ ਕਿ 5-6 ਘੰਟੇ ਦੀ ਜੰਗ ਹੋਈ ਹੈ, ਬਹੁਤ ਭਿਆਨਕ ਜੰਗ ਸੀ, ਕਿਉਂਕਿ ਇਸ ਤੋਂ ਅੱਗੇ ਫਿਰੋਜ਼ ਸ਼ਾਹ ਦੀ ਜੰਗ ਨੇ ਜਿਹੜਾ ਸਿੱਖ ਰਾਜ ਦਾ ਜਿਹੜਾ ਫੈਸਲਾ ਕਰਨਾ ਸੀ। ਮੁਦਕੀ ਦੀ ਜੰਗ ਦੇ ਵਿੱਚ ਅੰਗਰੇਜ਼ਾਂ ਨੂੰ ਇੰਨੀ ਮਿਲੀ ਟੱਕਰ ਤੋਂ ਬਾਅਦ ਕੋਈ ਹਾਰ ਜਿੱਤ ਨਹੀਂ ਹੋਈ। ਸਿੱਖ ਫੌਜਾਂ ਜਿਹੜੀਆਂ ਵਾਪਸ ਆਪਣੇ 12 ਕੈਂਪ 'ਤੇ ਆ ਗਈਆਂ ਅਤੇ ਮੁਦਕੀ ਦੇ ਜਿਹੜੇ ਇਸ ਜੰਗ ਦੇ ਸਿਪਾਹੀ ਸੀ ਅੰਗਰੇਜ਼ ਗੌਰਮੈਂਟ ਦੇ, ਉਹ ਤੇ ਅੰਗਰੇਜ਼ੀ ਦੱਖਣ ਭਾਰਤੀ ਰਿਆਸਤਾਂ ਦੇ ਜੋ ਮੰਗਵੇਂ ਫੌਜਾਂ ਸੀ, ਉਹ ਇੱਕ ਦਿਨ 19 ਤਰੀਕ ਤੱਕ ਮੁਦਕੀ ਤੱਕ ਹੀ ਰਹੀਆਂ। ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਪੰਜਾਬ ਦੇ ਜਾਇਆਂ ਅੱਗੇ ਗੋਡੇ ਟੇਕਣ ਲਈ ਤਿਆਰ ਹੋ ਗਿਆ। ਪੰਜਾਬ ਦੇ ਮਹਾਨ ਲੋਕ, ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਲਗਭਗ ਸਾਰੀਆਂ ਕੌਮਾਂ ਦੇ ਲੋਕ ਸਨ, ਇੰਨੀ ਬਹਾਦਰੀ ਨਾਲ ਲੜੇ ਕਿ ਇਹਨਾਂ ਯੋਧਿਆਂ ਨੇ ਅੰਗਰੇਜ਼ੀ ਫੌਜ ਨੂੰ ਭੈਭੀਤ ਕਰ ਦਿੱਤਾ। ਉਹਨਾਂ ਨੇ ਅੰਗਰੇਜ਼ੀ ਹਕੂਮਤ ਦੀ ਹੈਂਕੜ ਭੰਨ ਦਿੱਤੀ ਸੀ। ਜਿਹੜੀ ਮੁਦਕੀ ਦੀ ਲੜਾਈ ਹੈ ਇਹ 18 ਦਸੰਬਰ 1845 ਨੂੰ ਹੋਈ ਸੀ। ਇਹ ਸਾਡੇ ਪਿੰਡ ਦੇ ਖੇਤ, ਜਿਨ੍ਹਾਂ ਨੂੰ ਕਿ ਸਿਰੀਆ ਕਿਹਾ ਜਾਂਦਾ ਹੈ, ਜੋ ਚੇਂਜ ਹੋ ਕੇ ਸਿਰੀਆਂ ਤੋਂ, ਬੰਦਿਆਂ ਦੀਆਂ ਸਿਰੀਆਂ ਤੋਂ ਬਦਲ ਕੇ ਬਣਿਆ ਹੈ, ਇੱਥੇ ਬਹੁਤ ਘਮਸਾਨ ਦਾ ਯੁੱਧ ਹੋਇਆ ਸੀ। ਔਰ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਸਾਡੇ ਇੱਥੇ ਖੇਤਾਂ ਦੇ ਵਿੱਚ ਸਿਰੀਆਂ ਕਈ ਦਿਨ ਬੰਦਿਆਂ ਦੀਆਂ ਰੁਲਦੀਆਂ ਰਹੀਆਂ, ਬਾਅਦ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕੀਤੀ ਗਈ। ਕੈਪਟਨ ਕੋਮਿੰਗ ਲਿਖਦਾ ਹੈ, ਸਾਡੇ ਚੋਂ ਕੋਈ ਵਿਰਲੇ ਹੀ ਹੋਣਗੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਨਾ ਹੋਵੇ ਕਿ ਇਹ ਰਣ ਭੂਮੀ ਸਾਡੀ ਕਬਰ ਨਹੀਂ ਬਣੇਗੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਸੂਰਬੀਰਾਂ ਨੇ ਹਿੰਦੁਸਤਾਨ ਦੀ ਕਿਸਮਤ ਲਿਖਣ ਲਈ ਆਪਣਾ ਲਹੂ ਡੋਲ ਕੇ ਸਿਆਹੀ ਤਿਆਰ ਕਰ ਲਈ ਸੀ। ਬਸ ਲਿਖਿਆ ਜਾਣਾ ਹੀ ਬਾਕੀ ਸੀ। ਪੈਦਲ ਤੇ ਘੋੜਸਵਾਰ ਜਵਾਨ ਹਮਲਾ ਕਰਨ ਲਈ ਅੱਗੇ ਵਧ ਰਹੇ ਸਨ। ਇੱਕ ਜ਼ੋਰਦਾਰ ਅਟੈਕ ਹੋਣ ਵਾਲਾ ਸੀ ਤਾਂ ਐਨ ਇਸ ਮੌਕੇ ਗੱਦਾਰ ਤੇਜਾ ਸਿੰਘ ਨੇ ਬਿਗਲਰਾਂ ਨੂੰ ਹੁਕਮ ਕੀਤਾ ਕਿ ਉਹ ਫੌਜ ਨੂੰ ਪਿਛਾਂਹ ਮੁੜਨ ਦਾ ਬਿਗਲ ਵਜਾਉਣ। ਬਿਗਲ ਵੱਜਿਆ। ਬਿਗਲ ਕਾਹਦਾ ਵੱਜਿਆ? ਪੰਜਾਬ ਸਮੇਤ ਹਿੰਦੁਸਤਾਨ ਦੀ ਕਿਸਮਤ ਸੌਂ ਗਈ। ਇਸ ਨੂੰ ਉਹ ਸਮਾਂ ਵੀ ਕਿਹਾ ਜਾ ਸਕਦਾ ਹੈ ਜਿੱਥੇ ਵਿਸ਼ਾਲ ਭਾਰਤ ਦੇਸ਼ ਦੀ ਵੰਡ ਤੇ ਲੱਖਾਂ ਲੋਕਾਂ ਦੇ ਕਤਲੋਗਾਰਤ ਦੀ ਸ਼ੁਰੂਆਤ ਹੋਈ। ਇਸ ਤਰ੍ਹਾਂ ਹਜ਼ਾਰਾਂ ਸ਼ੂਰਬੀਰਾਂ ਦੀ ਕੁਰਬਾਨੀ ਦਾ ਮੁੱਲ ਵੱਟ ਕੇ ਜੇਬਾਂ ਭਰਨ ਵਾਲੇ ਗੱਦਾਰ ਤੇਜਾ ਸਿੰਘ ਤੇ ਲਾਲ ਸਿੰਘ ਦੀ ਖੋਟੀ ਨੀਅਤ ਕਰਕੇ ਇਤਿਹਾਸ ਬਦਲਦਾ ਬਦਲਦਾ ਰਹਿ ਗਿਆ। ਸ਼ਾਹ ਮੁਹੰਮਦ ਨੇ ਇਸ ਬਾਰੇ ਲਿਖਿਆ ਹੈ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ, ਉਹ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਹ ਜੰਗ ਜਿਸ ਨੂੰ ਅੰਗਰੇਜ਼ਾਂ ਨੇ ਬੈਟਲ ਆਫ ਰਾਇਲ ਕਿਹਾ, ਦੋ ਕੌਮਾਂ ਦਰਮਿਆਨ ਲੜੀ ਜਾਣ ਵਾਲੀ ਜੰਗ ਦੀ ਅਹਿਮੀਅਤ ਦਿੱਤੀ। ਜੰਗ ਵਿੱਚ 694 ਅੰਗਰੇਜ਼, 1000 ਪੰਜਾਬ ਦੇ ਲੋਕ ਮੌਤ ਦੀ ਭੇਂਟ ਚੜ੍ਹ ਗਏ। ਅੰਗਰੇਜ਼ ਇਹ ਚਾਹੁੰਦਾ ਸੀਗਾ ਕਿ ਇਹ ਦੋਸ਼ ਲੱਗੇ ਕਿ ਅਸੀਂ ਇਹਦੇ ਵਿੱਚ ਆਪਣੇ ਜੰਗ ਦੇ ਵਿੱਚ ਪਹਿਲ ਅਸੀਂ ਨਹੀਂ ਕੀਤੀ ਤੇ ਅੰਗਰੇਜ਼ਾਂ ਨੇ ਕੀਤੀ ਹੈ। ਪਰ ਉਹਨਾਂ ਦੇ ਜਰਨਲਸ ਨੇ ਲਿਖ ਦਿੱਤਾ ਕਿ ਅਸੀਂ ਉਹ ਸ਼ਰਾਰਤ ਕੀਤੀ, ਅਸੀਂ ਉੱਥੇ ਗਏ ਤੇ ਤਾਂ ਅੱਗੋਂ ਸਿੰਘਾਂ ਨੇ ਉਹਦਾ ਜਵਾਬ ਜਿਹੜਾ ਹੈਗਾ ਉਹ ਦਿੱਤਾ। ਪਿੱਛੋਂ ਦੀ ਕੋਈ ਵਲੰਟੀਅਰ ਫੋਰਸ ਜਿਹੜੀ ਹੈ ਉਹ ਵੀ ਆ ਗਈ ਨਿਹੰਗ ਸਿੰਘਾਂ ਦੀ, ਉਹਨਾਂ ਨੇ ਆ ਕੇ ਜੁਆਇਨ ਕਰਕੇ ਤੇ ਉਹਨਾਂ ਨੇ ਫਿਰ ਇਹਨਾਂ ਦਾ ਬਹੁਤ ਨੁਕਸਾਨ ਕੀਤਾ। ਤੇ ਉਹ ਇਸ ਕਰਕੇ ਕੱਲੀ ਸਭਰਾ ਜਿਹੜੀ ਹੈ ਇਹ ਜੰਗ ਕੱਲੀ ਇੱਕ ਨਹੀਂ ਹੋਈ, ਤੋ ਇਹ ਕਈ ਜਗ੍ਹਾ ਹੋਈਆਂ ਸੀਗੀਆਂ। ਪਰ ਉਹਦਾ ਨਤੀਜਾ ਇਹੀ ਹੈ ਕਿ ਉਹਦੇ ਵਿੱਚ ਅਸੀਂ ਹਰ ਜਗ੍ਹਾ ਦੇ ਉੱਤੇ ਹੀ ਸ਼ਾਹ ਮੁਹੰਮਦ ਨੇ ਵੀ ਲਿਖਿਆ, ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸਿੱਟੇ, ਮਾਵਾ ਸਿੰਘ ਤੇ ਮੇਖੇ ਖਾਂ
ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਤੇ ਆਪਣੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਲ ਸ਼ਸਤਰੀ ਜੋੜ ਵਿਛੋੜ ਸੁੱਟੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ। ਇਹ ਜਿੱਤੀ ਹੋਈ ਜੰਗ 2 ਗੱਦਾਰਾਂ ਕਾਰਨ ਪੰਜਾਬ ਦੀ ਧਰਤੀ ਦੇ ਵਾਰਿਸ ਹਾਰ ਚੁੱਕੇ ਸਨ। ਜਨਰਲ ਗੱਫ ਜੋ ਕਮਾਂਡਰ ਇਨ ਚੀਫ ਸੀ, ਉਸ ਨੇ ਆਪਣੇ ਟਰੂਪਸ ਨੂੰ ਬਹੁਤ ਉਤਸ਼ਾਹ ਦਿੱਤਾ ਤੇ ਮੈਦਾਨ ਦੇ ਜੰਗ 'ਚ ਖੁਦ ਚਿੱਟਾ ਕੋਟ ਪਾ ਕੇ ਉਤਰਿਆ। ਕਾਫੀ ਵੱਡਾ ਜੰਗ ਸੀ ਇਹ, ਇਹਦੇ ਵਿੱਚ ਕਾਫੀ ਲੋਕ ਦੋਨੋਂ ਪਾਸਿਆਂ ਤੋਂ ਕੈਜੂਅਲਟੀਜ਼ ਹੋਈਆਂ। ਤੇ ਉਥੋਂ ਰਾਤ ਨੂੰ ਲਾਲ ਸਿੰਘ ਛੱਡ ਕੇ ਆਪਣਾ ਮੈਦਾਨ ਲੁਧਿਆਣੇ ਵੱਲ ਨਿਕਲ ਆਇਆ ਅਤੇ ਸਿੱਖਾਂ ਦਾ ਨੁਕਸਾਨ ਛੋਟੇ ਆਫਸਰਸ ਨੇ ਹੀ ਸਾਂਭਿਆ। ਲਾਲ ਸਿੰਘ ਸਿੱਖਾਂ ਦਾ ਇੱਕ ਗਦਾਰ ਲੀਡਰ ਨਿਕਲਿਆ। ਮੁਦਕੀ ਤੇ ਫਿਰੋਜ਼ ਸ਼ਾਹ ਆਦਿ ਕੁਝ ਥਾਵਾਂ ਤੇ ਅੰਗਰੇਜ਼ ਹਕੂਮਤ ਵੱਲੋਂ 1870 ਵਿੱਚ ਆਪਣੇ ਸਿਪਾਹੀਆਂ ਦੀ ਯਾਦ ਵਿੱਚ ਲਾਟਾਂ ਉਸਾਰੀਆਂ ਗਈਆਂ ਨੇ। ਅੱਜ ਵੀ ਅੰਗਰੇਜ਼ ਆਪਣੇ ਵੱਡੇ ਵਡੇਰਿਆਂ ਦੀਆਂ ਇਨ੍ਹਾਂ ਯਾਦਗਾਰਾਂ ਨੂੰ ਸਿਜਦਾ ਕਰਨ ਇੱਥੇ ਪਹੁੰਚਦੇ ਨੇ। ਅਸੀਂ ਇਸੇ ਪਿੰਡ ਦੇ ਜੰਪਾਲ ਆ, ਜੱਦੀ ਪੁੱਛ ਦੀ ਦਾਦਿਆਂ ਪਰਦਾਦਿਆਂ ਤੋਂ ਇਸ ਘਰ ਵਿੱਚ ਰਹਿ ਰਹੇ ਹਾਂ। ਇਹ ਜੋ ਕਵਰ ਆਪਾਂ ਦੇਖ ਰਹੇ ਹਾਂ, ਇਹ ਜੋ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਹੋਈ 18 ਦਸੰਬਰ 1845 ਵਿੱਚ, ਉਹਦੇ ਵਿੱਚ ਦੂਜਾ ਜੋ ਅੰਗਰੇਜ਼ਾਂ ਦਾ ਜਰਨਲ ਸੀ, ਮੇਜਰ ਜਰਨਲ ਸਰ ਰਾਬਰਟ ਸੇਲ, ਉਹਨਾਂ ਨੇ ਉਹਦੀ ਯਾਦ ਵਿੱਚ ਇਹ ਕਵਰ ਬਣਾਈ ਹੈ। ਦੂਜੇ ਪਾਸੇ ਉਹਨਾਂ ਗੁਮਨਾਮ ਪੰਜਾਬੀ ਯੋਧਿਆਂ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਦੀ ਕੋਈ ਵੀ ਢੁਕਵੀਂ ਯਾਦਗਾਰ ਨਹੀਂ ਹੈ। ਇਨ੍ਹਾਂ ਖੇਤਾਂ ਵਿੱਚ ਡੁੱਲੀ ਹੈ ਰੱਤ ਸਾਡੀ, ਇੱਥੇ ਕਿਵੇਂ ਨਾ ਸਾਵੀਆਂ ਹੋਣ ਫਸਲਾਂ। ਅਫਸੋਸ ਇਹ ਹੈ ਕਿ ਇੱਥੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਚੋਂ ਕਿਸੇ ਇੱਕ ਦਾ ਵੀ ਨਾਮ ਸਥਾਨਕ ਲੋਕ ਨਹੀਂ ਜਾਣਦੇ। 1930 ਵਿੱਚ ਇੱਥੇ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਣਾਇਆ ਗਿਆ। ਜੰਗੀ ਸਾਜ਼ੋ ਸਾਮਾਨ ਨੂੰ ਸੰਭਾਲਣ ਲਈ ਪਿੰਡ ਘੱਲ ਖੁਰਦ ਵਿਖੇ ਇੱਕ ਮਿਊਜ਼ੀਅਮ ਬਣਾਇਆ ਗਿਆ ਹੈ। ਇੱਥੇ ਜੰਗ ਨਾਲ ਸੰਬੰਧਿਤ ਕੁਝ ਗਿਣਤੀ ਦੀਆਂ ਤਸਵੀਰਾਂ, ਪਿਸਤੌਲ, ਬੰਦੂਕਾਂ, ਨਿੱਕੀਆਂ ਵੱਡੀਆਂ ਕੁਝ ਤੋਪਾਂ ਪਈਆਂ ਨੇ। ਹਰ ਸ਼ੈ ਦੀ ਹਾਲਤ ਖਸਤਾ ਹੈ। ਮਿਊਜ਼ੀਅਮ ਦੀ ਬਿਲਡਿੰਗ ਫਰਸ਼ ਤੋਂ ਲੈ ਕੇ ਛੱਤਾਂ ਤੱਕ ਮੁਰੰਮਤ ਨੂੰ ਤਰਸਦੀ ਪ੍ਰਤੀਤ ਹੁੰਦੀ ਹੈ। ਮਿਊਜ਼ੀਅਮ ਦੇ ਸਟਾਫ ਨਾਲ ਗੱਲ ਕੀਤਿਆਂ ਪਤਾ ਲੱਗਾ ਕਿ ਘੱਟ ਹੀ ਲੋਕ ਨੇ ਜੋ ਮਿਊਜ਼ੀਅਮ ਵੇਖਣ ਆਉਂਦੇ ਨੇ। ਸ਼ਾਇਦ ਸਾਡੀ ਮਨੋਬ੍ਰਿਤੀ ਹੀ ਅਜਿਹੀ ਹੈ ਕਿ ਆਪਣੇ ਮਹਾਨ ਵਿਰਸੇ ਚੋਂ ਕੁਝ ਸਿੱਖਣਾ ਸਾਡੇ ਵੱਸ ਦੀ ਗੱਲ ਨਹੀਂ ਹੈ।